So students, here in this session we are going to discuss CAM plants. So beta ਆਪਾਂ already C3 cycle ਕਰ ਚੁੱਕੇ ਹਾਂ, C3 plants study ਕਰ ਚੁੱਕੇ ਹਾਂ, ਅਸੀਂ already C4 cycle, C4 plants discuss ਕਰ ਚੁੱਕੇ ਹਾਂ। ਅਸੀਂ ਇਹ ਵੀ ਦੇਖਿਆ ਕਿ ਇੱਕ ਪ੍ਰੋਸੈਸ ਹੈ ਇੱਕ ਸਾਡੇ ਕੋਲ ਫੋਟੋ ਰੈਸਪੀਰੇਸ਼ਨ ਨਾਮ ਦਾ, ਜਿਹਦੇ ਕਾਰਨ ਪਲਾਂਟ ਲਈ ਉਹ ਇੱਕ ਹਾਰਮਫੁਲ ਪ੍ਰੋਸੈਸ ਹੈ, ਇੱਕ ਵੇਸਟਫੁਲ ਪ੍ਰੋਸੈਸ ਹੈ, ਜਿਸ ਨੂੰ ਅਵੋਇਡ ਕਰਨ ਦੇ ਲਈ ਪਲਾਂਟ ਜਿਹੜੇ C4 ਪਲਾਂਟ ਨੇ ਕੁਝ ਅਡੈਪਟੇਸ਼ਨਸ ਕਰਦੇ ਆ ਟੂ ਅਵੋਇਡ ਫੋਟੋ ਰੈਸਪੀਰੇਸ਼ਨ, ਕਿਉਂਕਿ ਫੋਟੋ ਰੈਸਪੀਰੇਸ਼ਨ ਇੱਕ ਪ੍ਰੋਬਲਮ ਹੈ, ਇੱਕ ਵੇਸਟਫੁਲ ਪ੍ਰੋਸੈਸ ਹੈ। ਸੋ ਉਹਨੂੰ ਅਵੋਇਡ ਕਰਨ ਲਈ C4 ਪਲਾਂਟ ਅਸੀਂ ਡਿਸਕਸ ਕੀਤੇ ਕਿ ਹਾਊ ਦੇ ਅਡੈਪਟ ਦੈਮਸੈਲਵਸ ਟੂ ਮਿਨੀਮਾਈਜ਼ ਦਾ ਲੋਸ, ਜਾਂ ਉਹ ਜਿਹੜਾ ਫੋਟੋ ਰੈਸਪੀਰੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਸ ਲੋਸ ਨੂੰ ਜਾਂ ਉਹਨੂੰ ਅਵੋਇਡ ਕਰਨਾ, ਫੋਟੋ ਰੈਸਪੀਰੇਸ਼ਨ ਕਿ ਹੋਵੇ ਹੀ ਨਾ। ਸੋ C4 ਪਲਾਂਟ ਅਸੀਂ ਦੇਖੇ, C4 ਸਾਈਕਲ ਅਸੀਂ ਦੇਖਿਆ, ਅਸੀਂ ਅਡੈਪਟੇਸ਼ਨਸ ਦੇਖੀਆਂ। ਸੋ ਇੱਕ ਹੋਰ ਤਰ੍ਹਾਂ ਦੇ ਪਲਾਂਟਸ ਨੇ, ਦੈਟ ਇਜ਼ ਕੈਮ ਪਲਾਂਟ, to avoid that photorespiration. CAM, that is crassulacean acid metabolism, right? ਅਸੀਂ ਇਹਦੀ ਐਗਜ਼ਾਮਪਲ ਕਰਾਂਗੇ। ਸਕੂਲੈਂਟ ਜ਼ੀਰੋਫਾਈਟ ਕੈਕਟਸ, ਕੁਛ ਮੈਂਬਰ ਜਿਹੜੇ ਸਾਡੇ ਕੋਲ ਯੂਫੋਰਬੇਸੀ ਫੈਮਿਲੀ ਦੇ ਹੁੰਦੇ ਨੇ। ਸੋ ਯੂਫੋਰਬੇਸੀ ਫੈਮਿਲੀ ਦੇ ਕੁਛ ਮੈਂਬਰਸ ਪਲੱਸ ਕੈਕਟਾਈ, ਇਹਨਾਂ ਦੇ ਵਿੱਚ ਇੱਕ ਸਾਈਕਲ ਹੋਰ ਚੱਲਦਾ ਹੈ, ਕ੍ਰਸੂਲੇਸ਼ਨ ਐਸਿਡ ਮੈਟਾਬੋਲਿਜ਼ਮ। ਸੋ ਇਹਨਾਂ ਪਲਾਂਟਸ ਨੂੰ ਕੈਮ ਪਲਾਂਟਸ ਕਹਿੰਦੇ ਨੇ। ਇਹ ਆਪਣੇ ਆਪ ਨੂੰ ਮੋਡੀਫਾਈ ਕਰਦੇ ਨੇ, ਕਿਉਂਕਿ ਯੂ ਆਲਰੇਡੀ ਨੋ ਸਟੂਡੈਂਟਸ ਕਿ ਜਿਹੜੇ ਜ਼ੀਰੋਫਾਈਟਸ ਹੁੰਦੇ ਨੇ ਉਹ ਐਸੀ ਜਗ੍ਹਾ 'ਤੇ ਗਰੋ ਕਰਦੇ ਨੇ ਵੇਅਰ ਦੇਰ ਇਜ਼ ਆਲਰੇਡੀ ਵੈਰੀ ਮੱਚ ਲੈਸ ਵਾਟਰ। ਸੋ ਪਹਿਲਾਂ ਹੀ ਪਾਣੀ ਘੱਟ ਹੈ, ਅਤੇ ਜੇ ਪਾਣੀ ਲੋਸ ਹੀ ਹੋਈ ਗਿਆ, ਪਾਣੀ ਦਾ ਲੋਸ ਜਿਹੜਾ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਜੇ ਪਾਣੀ ਦਾ ਲੋਸ ਹੋਈ ਗਿਆ ਤਾਂ ਫਿਰ ਤਾਂ ਪਲਾਂਟ ਡੈਡ ਹੋ ਜਾਏਗਾ। ਮੀਨਸ ਆਲਰੇਡੀ ਆਈ ਮੀਨ ਟੂ ਸੇ ਕਿ ਉਸ ਜਗ੍ਹਾ 'ਤੇ ਆਲਰੇਡੀ ਪਾਣੀ ਘੱਟ ਹੈ, ਅਤੇ ਪਲਾਂਟ ਨੇ ਆਪਣੇ ਆਪ ਨੂੰ ਅਡੈਪਟ ਕਰਨਾ ਹੈ ਨਾ ਉਸ ਜਿਹੜੀ ਬਹੁਤ ਘੱਟ ਪਾਣੀ ਵਾਲੀ ਕੰਡੀਸ਼ਨ 'ਤੇ, ਲੋਸ ਆਫ ਵਾਟਰ ਨੂੰ ਅਵੋਇਡ ਕਰਾਉਣਾ, ਸੋ ਦੈਟ ਉਸ ਕੰਡੀਸ਼ਨ ਦੇ ਵਿੱਚ ਸਰਵਾਈਵ ਕਰ ਸਕੇ ਘੱਟ ਪਾਣੀ ਵਾਲੀ ਕੰਡੀਸ਼ਨ 'ਚ। ਸੋ ਉਹ ਲੋਸ ਨੂੰ ਅਵੋਇਡ ਕਰਨ ਲਈ ਜਿਹੜੇ ਕੈਮ ਪਲਾਂਟਸ ਨੇ ਉਹ ਆਪਣੇ ਆਪ ਨੂੰ ਕਿਵੇਂ ਮੋਡੀਫਾਈ ਕਰਦੇ ਆ, ਉਹ ਆਪਣੀ ਟਾਈਮਿੰਗਸ ਚੇਂਜ ਕਰਦੇ ਬੱਚੇ, ਓਪਨਿੰਗ ਐਂਡ ਕਲੋਜ਼ਿੰਗ ਆਫ ਸਟੋਮੈਟਾ ਦੀ। ਜਨਰਲੀ ਅਸੀਂ ਕੀ ਡਿਸਕਸ ਕਰਦੇ ਹਾਂ ਪਲਾਂਟਸ ਦੇ ਵਿੱਚ, ਸਟੋਮੈਟਾ ਦਿਨ ਟਾਈਮ ਖੁੱਲ੍ਹਦੇ ਨੇ, ਮੋਸਟਲੀ ਗੱਲ ਕਰ ਰਹੀ ਹਾਂ, ਐਂਡ ਨਾਈਟ ਟਾਈਮ ਬੰਦ ਹੋ ਜਾਂਦੇ ਆ। ਬਟ ਹੇਅਰ ਇਨ ਕੈਮ ਪਲਾਂਟਸ ਇਹਨਾਂ ਦੀ ਇੱਕ ਮੋਡੀਫਿਕੇਸ਼ਨ ਹੈ ਬੜੀ ਇੰਪੋਰਟੈਂਟ, ਉਹ ਇਹ ਹੈ ਕਿ ਦ ਸਟੋਮੈਟਾ ਦੇ ਓਪਨ ਡਿਊਰਿੰਗ ਦਾ ਨਾਈਟ ਐਂਡ ਕਲੋਜ਼ਡ ਡਿਊਰਿੰਗ ਦਾ ਡੇ। ਦਿਨੇ ਬੰਦ ਹੁੰਦੇ ਆ ਐਂਡ ਰਾਤ ਨੂੰ ਖੁੱਲ੍ਹਦੇ ਆ। ਸੱਚ ਸਟੋਮੈਟਾ ਆਰ ਕਾਲਡ ਐਸ ਸਕੋਟੋ ਐਕਟਿਵ ਸਟੋਮੈਟਾ। ਕੀ ਕਹਿੰਦੇ ਨੇ? ਸਕੋਟੋ ਐਕਟਿਵ ਸਟੋਮੈਟਾ, ਰਾਈਟ। ਸੋ ਇਹ ਹੈ ਸਾਡੇ ਕੋਲ ਇੱਕ ਮੋਡੀਫਿਕੇਸ਼ਨ ਟੂ ਅਵੋਇਡ ਦਾ ਲੋਸ ਆਫ ਵਾਟਰ। ਪਲਾਂਟ ਆਪਣੇ ਆਪ ਨੂੰ ਅਡੈਪਟ ਕਰਾਉਂਦੇ ਨੇ ਅਕੋਰਡਿੰਗ ਟੂ ਕੰਡੀਸ਼ਨਸ ਕਿ ਉਹਨਾਂ ਨੂੰ ਕਿੱਦਾਂ ਦੀ ਕੰਡੀਸ਼ਨ 'ਚ ਗਰੋ ਕਰਾਉਣਾ ਹੈ। ਸੋ ਸਾਨੂੰ ਪਤਾ ਜਿਹੜਾ ਫੋਟੋਸਿੰਥੇਸਿਸ ਦਾ ਪ੍ਰੋਸੈਸ ਆ ਉਹ ਕਿਹੜੇ ਸੈਲਸ ਦੇ ਵਿੱਚ ਹੁੰਦਾ? ਮੀਜ਼ੋਫਿਲ ਸੈੱਲ। ਅਸੀਂ ਆਲਰੇਡੀ ਡਾਇਗਰਾਮ ਵੀ ਡਿਸਕਸ ਕਰ ਚੁੱਕੇ ਹਾਂ ਪਲਾਂਟਸ ਦਾ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਮੀਜ਼ੋਫਿਲ ਸੈੱਲ ਦੀ ਜਿਹੜੀ ਡਾਇਗਰਾਮ ਹੈ ਸ਼ੋਅ ਕਰ ਦਿੰਦੀ, ਵੇਅਰ ਆਰ ਦੀਜ਼ ਮੀਜ਼ੋਫਿਲ ਸੈੱਲ ਸਿਟੂਏਟਡ। ਸੀ ਆਹ ਹੋ ਗਈ ਸਾਡੇ ਕੋਲ ਆਊਟ ਅੱਪਰ ਐਪੀਡਰਮਿਸ ਅਤੇ ਲੀਫ ਦੇ ਵਿੱਚ, ਅਤੇ ਆਹ ਹੋ ਗਏ ਨਾਲ ਹੀ ਮੀਜ਼ੋਫਿਲ ਸੈੱਲ। ਸੋ ਸਾਨੂੰ ਪਤਾ ਹੈ ਜਿਹੜੀ ਫੋਟੋਸਿੰਥੇਸਿਸ ਉਹ ਮੀਜ਼ੋਫਿਲ ਸੈੱਲ 'ਚ ਹੁੰਦੀ ਹੈ। ਸੋ ਨਾਓ ਆਈ ਐਮ ਗੋਇੰਗ ਟੂ ਸ਼ੋ ਯੂ ਕਿ ਡਿਊਰਿੰਗ ਨਾਈਟ ਕੀ ਹੁੰਦਾ ਅਤੇ ਡਿਊਰਿੰਗ ਡੇ ਕੀ ਹੁੰਦਾ। ਮੈਂ ਦੋ ਡਾਇਗਰਾਮਸ ਤੁਹਾਨੂੰ ਸ਼ੋਅ ਕਰੂੰਗੀ, ਇੱਕ ਹੋ ਜਾਏਗੀ ਸਾਡੇ ਕੋਲ ਨਾਈਟ ਦੀ, ਇੱਕ ਹੋ ਜਾਏਗੀ ਸਾਡੇ ਕੋਲ ਡੇ ਦੀ। ਸੋ ਸਭ ਤੋਂ ਪਹਿਲਾਂ ਆਪਾਂ ਨਾਈਟ ਟਾਈਮ ਦੇਖਦੇ ਹਾਂ ਕੀ ਹੁੰਦਾ। ਨਾਈਟ ਟਾਈਮ ਜਦੋਂ ਸਟੋਮੈਟਾ ਓਪਨ ਹੁੰਦੇ ਆ, ਮੈਂ ਕਿਹਾ ਸੀ ਨਾ ਸਟੋਮੈਟਾ ਨਾਈਟ 'ਚ ਓਪਨ ਹੁੰਦੇ ਆ, ਜਦੋਂ ਸਟੋਮੈਟਾ ਨਾਈਟ ਟਾਈਮ ਓਪਨ ਹੁੰਦੇ ਨੇ ਸੋ ਕਾਰਬਨ ਡਾਈਆਕਸਾਈਡ ਅੰਦਰ ਐਂਟਰ ਹੁੰਦੀ, ਮੀਨਸ ਕਾਰਬਨ ਡਾਈਆਕਸਾਈਡ ਫਿਕਸ ਕੀਤੀ ਜਾਂਦੀ, ਫਿਕਸ ਕਰਨੀ ਹੈ ਫੋਟੋਸਿੰਥੇਸਿਸ ਜੋ ਚੱਲੇਗੀ। ਕਾਰਬਨ ਡਾਈਆਕਸਾਈਡ ਐਂਟਰ ਕਰਦੀ, ਕਾਰਬਨ ਡਾਈਆਕਸਾਈਡ ਰਿਐਕਟ ਵਿਦ ਵਾਟਰ। ਇਹ ਮੀਜ਼ੋਫਿਲ ਸੈੱਲ 'ਚ ਚੱਲ ਰਹੀ ਹੈ ਰਿਐਕਸ਼ਨ, ਸੇਮ ਜਿੱਦਾਂ ਆਪਾਂ C4 ਪਾਥਵੇ ਪੜ੍ਹਿਆ ਨਾ, ਬਸ ਕਾਫੀ ਹੱਦ ਤੱਕ ਇਹ C4 ਪਾਥਵੇ ਨਾਲ ਮੈਚ ਕਰਦਾ। ਐਨਜ਼ਾਈਮ ਵੀ ਸੇਮ ਹੈ, ਕਾਰਬੋਨਿਕ ਐਨਹਾਈਡਰੇਸ, ਬਾਈਕਾਰਬੋਨੇਟ ਆਇਨ ਬਣਿਆ, ਸੇਮ ਉਹੀ C4 ਸਾਈਕਲ ਵਾਲੀ ਗੱਲ। ਪੈਪ ਨਾਲ ਰਿਐਕਟ ਕਰਦਾ ਹੈ, ਸੇਮ ਪੈਪ 3 ਕਾਰਬਨ ਕੰਪਾਊਂਡ ਹੁੰਦਾ ਹੈ ਨਾ। ਤਾਂ ਜਦੋਂ ਇਹ ਪੈਪ ਨਾਲ ਰਿਐਕਟ ਕਰਦਾ ਹੈ ਤਾਂ ਕੀ ਬਣਦਾ ਹੈ? ਆਕਜ਼ੈਲੋ ਐਸੀਟਿਕ ਐਸਿਡ। ਸੋ ਸਾਡੇ ਕੋਲ ਜਿਹੜਾ ਪੈਪ ਹੈ ਦੈਟ ਇਜ਼ ਫੋਸਫੋਇਨੋਲ ਪਾਇਰੋਵੇਟ। ਇਹ ਕਾਰਬਨ ਡਾਈਆਕਸਾਈਡ ਇੱਥੇ ਫਿਕਸੇਸ਼ਨ ਹੋ ਰਹੀ ਹੈ ਵਿਦ ਦ ਹੈਲਪ ਆਫ ਐਨਜ਼ਾਈਮ ਪੈਪਕੋ। ਪੈਪਕੋ ਦੀ ਫੁੱਲ ਫਾਰਮ ਪੈਪ ਕਾਰਬੋਕਸੀਲੇਸ। ਕਾਰਬਨ ਡਾਈਆਕਸਾਈਡ ਫਿਕਸ ਹੋਈ, ਕੀ ਬਣਿਆ? ਆਕਜ਼ੈਲੋ ਐਸੀਟਿਕ ਐਸਿਡ। ਅਸੀਂ ਪੜ੍ਹ ਚੁੱਕੇ ਹਾਂ। ਆਕਜ਼ੈਲੋ ਐਸੀਟਿਕ ਐਸਿਡ ਤੋਂ ਕੀ ਬਣਦਾ? ਮੈਲਿਕ ਐਸਿਡ। ਐਂਡ ਹੇਅਰ NADPH2 ਤੋਂ ਕੀ ਬਣਦਾ? NADP। ਠੀਕ ਹੈ, ਇੱਕ ਇਹ ਚੀਜ਼ ਇੱਥੇ ਆ ਗਈ।
ਉਸ ਤੋਂ ਬਾਅਦ ਆਕਜ਼ੈਲੋ ਐਸੀਟਿਕ ਐਸਿਡ ਤੋਂ ਮੈਲਿਕ ਐਸਿਡ ਬਣਿਆ ਸੇਮ। ਇਸ ਤੋਂ ਬਾਅਦ C4 ਸਾਈਕਲ 'ਚ ਥੋੜ੍ਹਾ ਚੇਂਜ ਆ ਜਾਂਦਾ ਹੈ, ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ, ਮਤਲਬ ਡੀਕਾਰਬੋਕਸੀਲੇਸ਼ਨ ਹੁੰਦੀ ਹੈ। ਅਸੀਂ ਇੱਥੇ ਕੀ ਕਰਨਾ ਹੈ ਕਿ ਜਿਹੜਾ ਮੈਲਿਕ ਐਸਿਡ ਹੈ ਉਹ ਵੈਕਿਊਲ ਅਸੀਂ ਵੱਡਾ ਸਾਰਾ ਬਣਾਇਆ ਕਿਉਂਕਿ ਤੁਹਾਨੂੰ ਪਤਾ ਪਲਾਂਟ ਸੈੱਲ ਦੇ ਵਿੱਚ ਵੈਕਿਊਲਸ ਵੱਡੇ ਹੁੰਦੇ। ਜਿਹੜਾ ਮੈਲਿਕ ਐਸਿਡ ਹੈ ਉਹ ਵੈਕਿਊਲਸ ਦੇ ਵਿੱਚ ਐਕਿਊਮੂਲੇਟ ਹੋਣਾ ਸ਼ੁਰੂ ਹੋ ਜਾਂਦਾ ਹੈ। ਕੀ ਹੋਣਾ ਸ਼ੁਰੂ ਹੋ ਜਾਂਦਾ ਹੈ? ਐਕਿਊਮੂਲੇਟ, ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਡਿਊਰਿੰਗ ਨਾਈਟ, ਜਦੋਂ ਸਟੋਮੈਟਾ ਖੁੱਲ੍ਹਦੇ ਹੈ। ਹੁਣ ਆਪਾਂ ਡੇ 'ਚ ਦੇਖ ਲੈਂਦੇ, ਡੇ 'ਚ ਕੀ ਹੋਏਗਾ। ਜਦੋਂ ਡੇ ਹੈ ਸਟੋਮੈਟਾ ਕਲੋਜ਼ ਨੇ, ਸੀ ਕਲੋਜ਼ਡ ਸਟੋਮੈਟਾ, ਠੀਕ ਹੈ ਨਾ। ਜਿਹੜਾ ਮੈਲਿਕ ਐਸਿਡ ਨਾਈਟ ਟਾਈਮ ਵੈਕਿਊਲ 'ਚ ਇਕੱਠਾ ਹੋਇਆ ਸੀ ਉਹ ਵਾਪਸ ਸੀ ਬਾਹਰ ਆ ਗਿਆ ਵੈਕਿਊਲ ਤੋਂ, ਇਨ ਦਾ ਮੀਜ਼ੋਫਿਲ ਸੈੱਲ ਆ ਰਿਹਾ ਮੈਲਿਕ ਐਸਿਡ। ਹੁਣ ਉਲਟਾ ਹੋਇਆ, NADP+ ਤੋਂ ਕੀ ਬਣਿਆ? NADPH2 ਤੋਂ। ਪਹਿਲਾਂ ਕਾਰਬਨ ਡਾਈਆਕਸਾਈਡ ਐਡ ਹੋਈ ਸੀ, ਹੁਣ ਰਿਲੀਜ਼ ਹੋ ਰਹੀ ਹੈ ਸੀ। ਕਾਰਬਨ ਡਾਈਆਕਸਾਈਡ ਬਾਹਰ ਨਿਕਲ ਗਈ ਅਤੇ ਨਾਲ ਪੈਪ ਬਾਹਰ ਆ ਗਿਆ, ਪੈਪ ਦੀ ਰੀਜਨਰੇਸ਼ਨ ਹੋ ਗਈ। ਜਿਹੜੀ ਕਾਰਬਨ ਡਾਈਆਕਸਾਈਡ ਬਾਹਰ ਨਿਕਲੀ ਉਹ C3 ਸਾਈਕਲ 'ਚ ਐਂਟਰ ਕਰ ਜਾਏਗੀ। ਸਾਨੂੰ ਪਤਾ ਹੀ ਹੈ C3 ਸਾਈਕਲ 'ਚ ਕੀ ਹੁੰਦਾ, RUBP ਫਿਕਸ ਕਰਦੀ ਹੈ CO2 ਨੂੰ, ਪਹਿਲਾ ਸਟੈਪ ਯਾਦ ਹੈ। ਐਂਡ C3 ਸਾਈਕਲ ਦੇ ਐਂਡ 'ਚ ਗਲੂਕੋਜ਼ ਬਣਦਾ ਹੈ, ਠੀਕ ਹੈ। ਸੋ ਤੁਸੀਂ ਧਿਆਨ ਨਾਲ ਜੇ ਦੇਖੋ ਕਿ ਅਸੀਂ ਕਰ ਚੁੱਕੇ ਹਾਂ ਕਿ ਜਿਹੜੀ C3 ਸਾਈਕਲ ਉਹ 'ਚ ਗਲੂਕੋਜ਼ ਬਣਦਾ ਹੈ। ਆਹ ਦੇਖੋ ਲਾਈਟ ਰਿਐਕਸ਼ਨ ਹੋ ਰਹੀ ਹੈ, ਤੁਸੀਂ ਧਿਆਨ ਨਾਲ ਦੇਖੋ। ਫੋਟੋਸਿੰਥੇਸਿਸ ਪ੍ਰੋਸੈਸ ਸੇਮ, ਬਸ ਨਾਈਟ ਟਾਈਮ ਚੱਲਿਆ, ਮੈਲਿਕ ਐਸਿਡ ਵੈਕਿਊਲ 'ਚ ਇਕੱਠਾ ਹੋਇਆ, ਡੇ ਟਾਈਮ 'ਤੇ ਮੈਲਿਕ ਐਸਿਡ ਬਾਹਰ ਆਇਆ, NADP+ ਤੋਂ NADPH2 ਬਣ ਗਿਆ, ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਗਈ। ਦੈਟ ਕਾਰਬਨ ਡਾਈਆਕਸਾਈਡ ਐਂਟਰਸ ਇਨਟੂ C3 ਸਾਈਕਲ ਤੇ ਗਲੂਕੋਜ਼ ਫਾਰਮੇਸ਼ਨ ਟੇਕਸ ਪਲੇਸ, ਰਾਈਟ। ਸੋ ਦੀਜ਼ ਆਰ ਦਾ ਕੈਮ ਪਲਾਂਟਸ। ਮਤਲਬ ਇਹ ਵੀ ਇੱਕ ਪਲਾਂਟ ਦੀ ਮੋਡੀਫਿਕੇਸ਼ਨ ਹੈ। ਨਾਈਟ ਟਾਈਮ ਸਟੋਮੈਟਾ ਖੁੱਲ੍ਹਦੇ ਨੇ, ਡੇ ਟਾਈਮ ਸਟੋਮੈਟਾ ਬੰਦ ਹੋ ਜਾਂਦੇ ਨੇ। ਵਾਈ ਦਿਸ ਅਡੈਪਟੇਸ਼ਨ, ਇਹ ਕਿਉਂ ਇੱਦਾਂ ਹੋਇਆ ਉਲਟਾ? ਇਹ ਇਸ ਕਰਕੇ ਹੋਇਆ ਟੂ ਅਵੋਇਡ ਦਾ ਲੋਸ ਆਫ ਵਾਟਰ, ਕਿਉਂਕਿ ਕੈਮ ਪਲਾਂਟਸ ਉਸ ਜਗ੍ਹਾ 'ਤੇ ਗਰੋ ਕਰਦੇ ਨੇ ਜਿੱਥੇ ਆਲਰੇਡੀ ਵਾਟਰ ਬਹੁਤ ਘੱਟ ਹੈ। ਇਸ ਕਰਕੇ ਲੋਸ ਆਫ ਵਾਟਰ ਨੂੰ ਅਵੋਇਡ ਕਰਨ ਦੇ ਲਈ ਜਿਹੜੇ ਕੈਮ ਪਲਾਂਟਸ ਨੇ ਉਹ ਇੱਕ ਅਡੈਪਟੇਸ਼ਨ ਕਰਦੇ ਨੇ। ਐਂਡ ਦੀਸ ਟਾਈਪ ਆਫ ਸਟੋਮੈਟਾਸ ਵਿਚ ਓਪਨ ਡਿਊਰਿੰਗ ਦਾ ਨਾਈਟ and close during the day, such stomata are called as photoactive stomata. So this is all about cam plants, crustacean acid metabolism.